ਹੈਲੋ ਕੈਂਡੀਡੇਟ। ਸੋ ਅੱਜ ਦੀ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਕਿਆ ਸਿਰਫ ਪ੍ਰੈਕਟਿਸ ਟੈਸਟ ਕਰਕੇ ਸਾਡੇ ਸਕੋਰ ਆ ਸਕਦੇ ਹੈਗੇ ਆ ਜਾਂ ਇਸ ਤੋਂ ਇਲਾਵਾ ਵੀ ਸਾਨੂੰ ਕੁਝ ਹੋਰ ਕਰਨਾ ਪਏਗਾ। ਸੋ ਮੇਜਰ ਇਸ਼ੂ ਇਹ ਹੁੰਦਾ ਹੈਗਾ ਕਿ ਪ੍ਰੈਕਟਿਸ ਟੈਸਟ ਕਰਕੇ ਸਿਰਫ ਪ੍ਰੈਕਟਿਸ ਟੈਸਟ ਕਰਕੇ ਨੰਬਰ ਨਹੀਂ ਆਉਣਗੇ। ਕੁਝ ਸਟੂਡੈਂਟਸ ਫੋਰ ਐਗਜ਼ਾਮਪਲ ਕਿ ਇੰਗਲਿਸ਼ ਦੇ ਵਿੱਚ ਉਹ ਵਧੀਆ ਹੈਗੇ ਆ ਔਰ ਉਹਨਾਂ ਨੂੰ ਜਸਟ ਇੱਕ ਟੱਚ ਦੀ ਲੋੜ ਹੈਗੀ ਆ ਤਾਂ ਉਹ ਸਿਰਫ ਪ੍ਰੈਕਟਿਸ ਟੈਸਟ ਕਰਨਗੇ। ਬਟ ਜਿਹੜੇ ਸਟੂਡੈਂਟ ਹਲੇ ਇੰਗਲਿਸ਼ ਦੇ ਵਰਕਆਊਟ ਕਰ ਰਹੇ ਆ ਜਾਂ ਸਕੂਲਿੰਗ ਦੇ ਵਿੱਚ ਕੁਝ ਇਸ਼ੂਜ਼ ਹੈਗੇ ਆ ਜੋ ਕਿ ਆਈਐਲਟਸ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਰਹੇ ਹੈਗੇ ਆ, ਤਾਂ ਉਹਨਾਂ ਵਾਸਤੇ ਸਿਰਫ ਪ੍ਰੈਕਟਿਸ ਟੈਸਟ ਨਹੀਂ ਹੈਗੇ ਆ। ਟੈਸਟ, ਸੋ ਇਹ ਵਰਡ ਕਦੋਂ ਆਉਂਦਾ ਹੈਗਾ ਸਾਡੇ ਸਕੂਲ ਦੇ ਵਿੱਚ? ਪ੍ਰੈਕਟਿਸ ਟੈਸਟ ਆਪਾਂ ਕਦੋਂ ਦਿੰਦੇ ਹਾਂ? ਜਦੋਂ ਪਹਿਲਾਂ ਅਸੀਂ ਟੈਸਟ ਕੁਝ ਪ੍ਰਿਪੇਅਰ, ਇੱਕ ਲੈਸਨ ਜਾਂ 2 ਲੈਸਨ ਜਾਂ 3 ਲੈਸਨਸ ਕਰਵਾਉਂਦੇ ਟੀਚਰ, ਔਰ ਫਿਰ ਚੈੱਕ ਕਰਦੇ ਕਿ ਅਸੀਂ ਉਹਦੇ ਵਿੱਚ ਕਿੰਨਾ ਸਿੱਖਿਆ ਹੈਗਾ, ਤਾਂ ਉਹ ਚੈੱਕ ਕਰਨ ਦੇ ਲਈ ਟੈਸਟ ਹੁੰਦਾ ਹੈਗਾ। ਸੋ ਇੱਥੇ ਵੀ ਚੈੱਕ ਹੀ ਹੋ ਰਿਹਾ ਹੈਗਾ ਕਿ ਤੁਸੀਂ ਜਦੋਂ ਰੀਡਿੰਗ ਕਰਦੇ ਤੁਹਾਨੂੰ ਸਮਝ ਕਿੰਨੀ ਲੱਗਦੀ ਹੈ। ਸੋ ਪ੍ਰੈਕਟਿਸ ਟੈਸਟ ਕਰਨੇ ਨਾਲ ਤੁਹਾਡੀ ਰੀਡਿੰਗ ਨਹੀਂ ਇੰਪਰੂਵ ਹੋਏਗੀ, ਰੀਡਿੰਗ ਸਕਿੱਲਸ ਨਹੀਂ ਇੰਪਰੂਵ ਹੋਣਗੇ, ਹਾਲਾਂਕਿ ਤੁਹਾਡੇ ਰੀਡਿੰਗ ਸਕਿੱਲਸ ਦਾ ਇੱਕ ਲੈਵਲ ਪਤਾ ਲੱਗ ਜਾਏਗਾ। ਸੋ ਰੀਡਿੰਗ ਸਕਿੱਲਸ ਇੰਪਰੂਵ ਕਰਨ ਵਾਸਤੇ ਸਾਨੂੰ ਰੀਡਿੰਗ ਫੰਡਾਮੈਂਟਲਸ ਨੂੰ ਸਟੱਡੀ ਕਰਨਾ ਪਏਗਾ ਔਰ ਉਸ ਦੇ ਅਕੋਰਡਿੰਗਲੀ ਹਾਰਡ ਵਰਕ ਕਰਨਾ ਪਏਗਾ। ਸੋ ਸਿਰਫ ਟੈਸਟ ਕਰਕੇ ਫਾਇਦਾ ਨਹੀਂ ਹੈਗਾ। ਸੋ ਐਨਾਲਿਸਿਸ ਬਹੁਤ ਜ਼ਰੂਰੀ ਹੈਗਾ, ਰੀਡਿੰਗ ਸਕਿੱਲਸ ਦੇ ਉੱਤੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈਗਾ। ਸੇਮ ਇਸੇ ਤਰ੍ਹਾਂ ਰਾਈਟਿੰਗ ਦੇ ਵਿੱਚ ਸਾਨੂੰ ਕਰਨਾ ਚਾਹੀਦਾ। ਰਾਈਟਿੰਗ ਦੇ ਵਿੱਚ ਸਿਰਫ ਰਾਈਟਿੰਗ ਕਰਕੇ ਔਰ ਡੇਲੀ ਟਿਕ ਲਾ ਕੇ 1-2 ਗਲਤੀਆਂ ਸਾਨੂੰ ਪਤਾ ਲੱਗਣ ਤੋਂ ਬਾਅਦ ਪਤਾ ਲੱਗ ਜਾਂਦੀਆਂ, ਕੁਝ ਬੇਸਿਕ ਜਾਂ ਸਟਰਕਚਰ ਕਰਕੇ, ਉਹਦੇ ਨਾਲ ਆਇਲਸ ਨਹੀਂ ਕਲੀਅਰ ਹੋਣ ਵਾਲੀ ਹੈਗੀ। ਸੋ ਸਾਨੂੰ ਡੇਲੀ ਬੇਸਿਸ 'ਤੇ ਐਟਲੀਸਟ 5 ਤੋਂ 10 ਗਲਤੀਆਂ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ ਔਰ ਗ੍ਰਾਮਰ ਰੂਲਸ ਨੂੰ ਬਿਲਕੁਲ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਔਰ ਸਿਰਫ ਉਸੇ ਗ੍ਰਾਮਰ 'ਤੇ ਜ਼ਿਆਦਾ ਫੋਕਸ ਕਰਨੀ ਚਾਹੀਦੀ ਹੈਗੀ ਜਿਹੜੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਫੋਰ ਐਗਜ਼ਾਮਪਲ ਅਸੀਂ ਟਾਸਕ 1 ਦੀ ਗੱਲ ਕਰੀਏ, ਟਾਸਕ 1 ਦੇ ਵਿੱਚ ਪ੍ਰੋਸੈਸ ਡਾਇਗਰਾਮ ਦੇ ਵਿੱਚ ਸਿਰਫ ਇੱਕੋ ਹੀ ਟੈਂਸ ਯੂਜ਼ ਹੁੰਦਾ ਹੈਗਾ, ਦੈਟ ਇਜ਼ ਪ੍ਰੈਜ਼ੈਂਟ ਸਿੰਪਲ ਟੈਂਸ। ਸੋ ਅਗਰ ਤੁਸੀਂ ਪ੍ਰੈਜ਼ੈਂਟ ਸਿੰਪਲ ਟੈਂਸ ਯੂਜ਼ ਕਰੋਗੇ ਤਾਂ ਡੈਫੀਨੇਟਲੀ ਤੁਹਾਡੇ ਜਿਹੜੇ ਹੈਗੇ ਨੰਬਰ ਉਹ ਇੰਪਰੂਵ ਹੋਣਗੇ ਔਰ ਉਸ ਦੇ ਵਿੱਚ ਬਾਕੀ ਟੈਂਸਸ 'ਤੇ ਫੋਕਸ ਕਰਨ ਦੀ ਜ਼ਰੂਰਤ ਨਹੀਂ ਹੈ। ਅਗਰ ਤੁਸੀਂ ਬਿਨਾਂ ਸੋਚੇ ਹੋਏ ਵੀ ਸਾਰੇ ਦੇ ਸਾਰੇ ਪ੍ਰੋਸੈਸ ਡਾਇਗਰਾਮ ਪ੍ਰੈਜ਼ੈਂਟ ਸਿੰਪਲ 'ਚ ਵੀ ਕਰ ਦੋਗੇ ਤਾਂ ਵੀ ਉਹ 100% ਟੈਂਸ ਵਾਈਜ਼ ਕਰੈਕਟ ਹੈ। ਠੀਕ ਹੈ। ਸੋ ਬੇਸਿਕਲੀ ਇਸ ਤਰ੍ਹਾਂ ਦੇ ਬਹੁਤ ਸਾਰੀ ਚੀਜ਼ਾਂ ਹੈਗੀਆਂ ਜੋ ਕਿ ਇੰਪੋਰਟੈਂਟ ਹੁੰਦੀਆਂ, ਸੋ ਉਹਨਾਂ 'ਤੇ ਫੋਕਸ ਕਰੀਏ। ਨਾਓ ਕਮ ਟੂ ਦ ਸਪੀਕਿੰਗ ਐਕਚੁਅਲੀ ਅਸੀਂ 2 ਪਾਰਟਸ 'ਚ ਡਿਵਾਈਡ ਕਰਦੇ ਹੈਗੇ, ਵਨ ਇਜ਼ ਸਾਊਂਡ, ਸੈਕਿੰਡ ਇਜ਼ ਲੈਂਗੁਏਜ। ਸੋ ਲੈਂਗੁਏਜ ਵਾਲੇ ਪਾਰਟ ਉੱਤੇ ਤਾਂ ਹਰ ਕੋਈ ਫੋਕਸ ਕਰਦਾ ਕਿ ਗ੍ਰਾਮਰ ਸਹੀ ਹੋ ਜਾਵੇ, ਵੋਕੈਬਲਰੀ ਵਰਡਸ ਸਹੀ ਯੂਜ਼ ਹੋ ਜਾਣ ਔਰ ਔਖੇ ਵੋਕੈਬਲਰੀ ਔਰ ਅਨਕਾਮਨ ਵੋਕੈਬਲਰੀ ਯੂਜ਼ ਕਰ ਲਈਏ। ਸੋ ਕਈ ਵਾਰ ਟੀਚਰਸ ਕਰਵਾਉਂਦੇ ਹੈਗੇ ਕਿ ਈਡੀਅਮਸ ਤੁਸੀਂ ਯੂਜ਼ ਕਰਿਓ, ਬਟ ਈਡੀਅਮਸ ਇੰਪੋਰਟੈਂਟ ਨਹੀਂ ਹੁੰਦੇ ਹੈਗੇ, ਕਿ ਨਹੀਂ ਵੀ ਯੂਜ਼ ਕਰੋਗੇ ਤਾਂ ਵੀ ਤੁਹਾਡੇ ਸਕੂਲ 'ਤੇ ਕੋਈ ਫਰਕ ਨਹੀਂ ਪਏਗਾ ਔਰ ਯੂਜ਼ ਕਰਨੇ 'ਤੇ ਵੀ ਕੋਈ ਫਰਕ ਨਹੀਂ ਪਏਗਾ। ਲੇਕਿਨ ਸੈਕਿੰਡ ਪਾਰਟ ਸਾਊਂਡਸ, ਜਿਸ 'ਚ ਪ੍ਰੋਨਾਊਂਸੀਏਸ਼ਨ, ਫਲੂਐਂਸੀ ਐਂਡ ਕੋਹਰੈਂਸ, ਇਹ 3 ਫੈਕਟਰਸ ਆਉਂਦੇ ਹੈਗੇ ਆ, ਇਹਨਾਂ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈਗਾ। ਸੋ ਅਗਰ ਆਪਾਂ ਇਹਨਾਂ ਦੇ ਉੱਤੇ ਫੋਕਸ ਕਰਦੇ ਹੈਗੇ ਤਾਂ ਫਿਰ ਓਵਰਆਲ ਅਸੀਂ ਇੱਕ ਹੋਲਿਸਟਿਕ ਅਪਰੋਚ ਲੈਂਦੇ ਹੈਗੇ ਆ ਫॉर द ਸਪੀਕਿੰਗ ਐਗਜ਼ਾਮ। ਸਪੀਕਿੰਗ ਮੁਸ਼ਕਿਲ ਨਹੀਂ ਹੈਗੀ ਆ, ਬਟ ਇਹਨੂੰ ਫੋਕਸ ਕਰਕੇ ਅਗਰ ਤਿਆਰੀ ਕਰੋਗੇ ਤਾਂ ਫਿਰ ਸਪੀਕਿੰਗ ਦੇ ਐਗਜ਼ਾਮ ਤੁਹਾਨੂੰ ਬਿਲਕੁਲ ਤੁਹਾਡਾ ਈਜ਼ੀ ਹੋ ਜਾਏਗਾ। ਨਾਓ ਲਾਸਟ ਇਜ਼ ਦਾ ਲਿਸਨਿੰਗ ਨੂੰ ਕਈ ਲੋਕ ਬਹੁਤ ਹੀ ਲਾਈਟਲੀ ਲੈਂਦੇ ਹੈਗੇ ਆ, ਬਟ ਐਕਚੁਅਲੀ ਲਿਸਨਿੰਗ ਤੁਹਾਡੇ ਵਾਸਤੇ ਇੰਨਾ ਕੁ ਇੰਪੋਰਟੈਂਟ ਕਨਸੈਪਟ ਹੈਗਾ ਕਿ ਤੁਸੀਂ ਲਿਸਨਿੰਗ ਦੇ ਵਿੱਚ ਅਗਰ ਤੁਸੀਂ ਕੀ ਕਹਿੰਦੇ ਆ ਡੇਲੀ ਲਿਸਨਿੰਗ 'ਤੇ ਪ੍ਰੈਕਟਿਸ ਕਰੋ ਔਰ 8 ਔਰ 9 ਸਕੋਰ ਕਰਨਾ ਵੀ ਬਹੁਤ ਮੁਸ਼ਕਿਲ ਨਹੀਂ ਹੈਗਾ। ਮੈਂ ਲਿਸਨਿੰਗ ਦੇ ਵਿੱਚ ਬਹੁਤ ਵਾਰ ਬੈਂਡ 9 ਅਚੀਵ ਕੀਤਾ ਹੈਗਾ ਐਂਡ ਦੈਟ ਇਜ਼ ਵੈਰੀ ਈਜ਼ੀ। ਜਸਟ ਇਸ ਗੱਲ 'ਤੇ ਫੋਕਸ ਕਰੋ ਕਿ ਤੁਹਾਡੇ ਹਰ ਵਾਰ ਨੰਬਰ ਕਿਉਂ ਘੱਟ ਹੋ ਰਹੇ ਹੈਗੇ ਔਰ ਉਸ ਕਿਉਂ ਨੂੰ ਆਈਡੈਂਟੀਫਾਈ ਕਰੋ। ਫੋਰ ਐਗਜ਼ਾਮਪਲ ਮਲਟੀਪਲ ਚੋਇਸ ਕੁਐਸਚਨ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੁੰਦੀ ਹੈਗੀ ਹੈ ਸਟੂਡੈਂਟਸ ਵਾਸਤੇ ਲਿਸਨਿੰਗ ਦੇ ਵਿੱਚ, ਔਰ ਪਾਰਟ 3 'ਚ ਜਿਹੜੇ ਮਲਟੀਪਲ ਚੋਇਸ ਕੁਐਸਚਨਸ ਨੇ ਜ਼ਿਆਦਾਤਰ ਗਲਤ ਹੋ ਰਹੇ ਹੈਗੇ ਆ। ਉਹਨੂੰ ਬਿਲਕੁਲ ਧਿਆਨ ਨਾਲ ਅਗਰ ਤੁਸੀਂ ਅਬਜ਼ਰਵ ਕਰੋਗੇ ਨਾ, ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਤੁਹਾਡੀ ਰੀਡਿੰਗ ਪ੍ਰੋਬਲਮ ਆ, ਨਾ ਕਿ ਲਿਸਨਿੰਗ। ਕਿਉਂਕਿ ਤੁਸੀਂ ਸੈਕਸ਼ਨ 4 ਜੋ ਕਿ ਜ਼ਿਆਦਾ ਮੁਸ਼ਕਿਲ ਹੁੰਦਾ ਹੈਗਾ ਲੈਂਗੁਏਜ ਵਾਈਜ਼, ਉਹਦੇ ਵਿੱਚ ਜ਼ਿਆਦਾ ਨੰਬਰ ਲੈ ਲੈਂਦੇ ਹੋ, ਬਟ ਪਾਰਟ 3 ਜੋ ਕਿ ਲੈਂਗੁਏਜ ਵਾਈਜ਼ ਥੋੜ੍ਹਾ ਸਿੰਪਲ ਐਜ਼ ਕੰਪੇਅਰ ਟੂ ਪਾਰਟ 4, ਉਹਦੇ ਵਿੱਚ ਤੁਹਾਡੇ ਆਨਸਰ ਜ਼ਿਆਦਾ ਗਲਤ ਹੋ ਜਾਂਦੇ ਆ। ਕਿਉਂਕਿ ਟਾਸਕ ਸ਼ੁਰੂ ਹੋਣ ਤੋਂ ਪਹਿਲਾਂ, ਜਦੋਂ ਟਾਕ ਸ਼ੁਰੂ ਹੁੰਦੀ ਆ, ਉਸ ਤੋਂ ਉਹ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਲਿਸਨਿੰਗ ਦੇ ਕੁਐਸਚਨਸ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ। ਕਿਉਂਕਿ ਉਹ ਲੈਂਥੀ ਹੁੰਦੇ ਹੈਗੇ ਆ। ਸੋ ਇੱਕ ਕੁਐਸਚਨ ਨੂੰ ਆਨਸਰ ਕਰਨ ਲਈ ਤੁਹਾਨੂੰ 5 ਸੈਂਟੈਂਸ ਐਟਲੀਸਟ ਪੜ੍ਹਨੇ ਪੈਂਦੇ ਹੈਗੇ ਆ, ਇੱਕ ਕੁਐਸਚਨ ਔਰ 4 ਆਪਸ਼ਨਸ। ਸੋ ਉਹ ਆਪਸ਼ਨਸ ਦੀ ਪੂਅਰ ਅੰਡਰਸਟੈਂਡਿੰਗ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਉਸ ਦੇ ਵਿੱਚੋਂ ਫਾਈਂਡ ਆਊਟ ਕੀ ਕਰਨਾ ਹੈਗਾ, ਐਗਜ਼ੈਕਟਲੀ ਤੁਸੀਂ ਕੀ ਫਾਈਂਡ ਕਰ ਰਹੇ ਹੋ। ਸੋ ਉਹ ਜਿਹੜੀ ਲੈਕਿੰਗ ਹੈਗੀ ਆ, ਉਹਦੇ ਕਰਕੇ ਤੁਹਾਡੇ ਲਿਸਨਿੰਗ 'ਚੋਂ ਸੈਕਸ਼ਨ 3 ਰਹਿ ਜਾਂਦਾ ਹੈਗਾ। ਹੋਰ ਵੀ ਹੈ ਮੈਪ ਡਾਇਗਰਾਮ 'ਚ ਪ੍ਰੋਬਲਮ ਆਉਂਦੀ ਆ, ਸੋ ਉਹਦਾ ਰੀਜ਼ਨ ਇੱਕ ਬਹੁਤ ਹੀ ਸਪੈਸੀਫਿਕ ਰੀਜ਼ਨ ਹੈਗਾ। ਠੀਕ ਹੈ ਨਾ। ਸੋ ਅਗਰ ਉਹਨਾਂ ਰੀਜ਼ਨਸ 'ਤੇ ਵਰਕਆਊਟ ਕਰਨਗੇ ਡੈਫੀਨੇਟਲੀ ਨੈਕਸਟ ਟਾਈਮ, ਸੋ ਰੀਡਿੰਗ ਦੇ ਉੱਤੇ ਨੰਬਰ ਵਰਕਆਊਟ ਕਰੋ, ਉਹਦੇ ਵਿੱਚ ਨੰਬਰ ਵਧਾਓ, ਉਹਦੇ ਨੰਬਰਸ ਦੇ ਵਿੱਚ ਸੁਧਾਰ ਲੈ ਕੇ ਆਓ।
ਤੇ ਡੈਫੀਨਿਟਲੀ ਤੁਹਾਨੂੰ ਜਿਹੜਾ ਹੈਗਾ ਰੀ-ਲਿਸਨਿੰਗ 'ਚ ਨੰਬਰ ਮਿਲਣਗੇ ਔਰ ਲਿਸਨਿੰਗ ਨੂੰ ਇਗਨੋਰ ਨਹੀਂ ਕਰਨਾ। ਰੀਜ਼ਨ ਇਹ ਮੰਨ ਲਓ ਕਿ ਤੁਸੀਂ ਲਿਸਨਿੰਗ 'ਤੇ ਆਪਣੇ ਟਾਰਗੇਟ 6-7 ਤੇ ਪਹੁੰਚ ਗਏ, ਪਰ ਰੀਡਿੰਗ 'ਤੇ ਹਾਲੇ ਵੀ 5 ਦੇ ਉੱਤੇ ਅਟਕੇ ਹੋ, 20-22 ਨੰਬਰ ਤੁਹਾਡੇ ਆ ਰਹੇ ਹੈਗੇ ਆ ਜਾਂ 15-16 ਨੰਬਰ ਆ ਰਹੇ ਹੈਗੇ ਆ। ਸੋ ਉਸ ਕੇਸ ਦੇ ਵਿੱਚ ਲਿਸਨਿੰਗ ਨੂੰ ਛੱਡੋ ਨਾ ਕਿ ਮੈਂ ਹੁਣ ਸਿਰਫ ਰੀਡਿੰਗ 'ਤੇ ਫੋਕਸ ਕਰਨਾ ਔਰ ਇਹ ਇੱਕ ਪ੍ਰੋਬਲਮ ਬਣ ਜਾਂਦੀ ਹੈ ਕਿ ਤੁਸੀਂ ਸਿਰਫ ਰੀਡਿੰਗ 'ਤੇ ਨਹੀਂ ਫੋਕਸ ਕਰਨਾ ਹੈਗਾ, ਤੁਸੀਂ ਲਿਸਨਿੰਗ 'ਤੇ ਹੋਰ ਜ਼ਿਆਦਾ ਫੋਕਸ ਕਰੋ ਕਿਉਂਕਿ ਲਿਸਨਿੰਗ 'ਚ ਜ਼ਿਆਦਾ ਨੰਬਰ ਆਉਣ। ਪ੍ਰੋਬਲਮ ਕੀ ਹੈਗੀ, ਅਗਰ 7 ਤੇ ਪਹੁੰਚ ਗਏ ਦੈਨ 8 ਦੀ ਤਿਆਰੀ ਕਿਉਂ ਨਹੀਂ ਕਰ ਸਕਦੇ, ਔਰ ਅਗਰ 8 ਤੇ ਪਹੁੰਚ ਗਏ ਤਾਂ 9 ਦੀ ਤਿਆਰੀ ਕਿਉਂ ਨਹੀਂ ਕਰ ਸਕਦੇ? ਕਿਉਂਕਿ ਜਦੋਂ ਤੁਹਾਡੇ ਰਿਜ਼ਲਟ ਆਉਂਦਾ ਹੈਗਾ ਤੇ ਲਿਸਨਿੰਗ 'ਚੋਂ ਆਏ ਹੋਏ ਜ਼ਿਆਦਾ ਨੰਬਰ ਤੁਹਾਡੇ ਓਵਰਆਲ ਬੈਂਡ ਸਕੋਰ ਨੂੰ ਕੰਟਰੋਲ ਕਰ ਲੈਂਦੇ ਹੈਗੇ ਆ ਔਰ ਓਵਰਆਲ ਬੈਂਡ ਸਕੋਰ ਤੁਹਾਡਾ ਜ਼ਿਆਦਾ ਹੋ ਜਾਂਦਾ ਹੈਗਾ ਕਿਉਂਕਿ ਲਿਸਨਿੰਗ 1/4 ਕੰਟਰੀਬਿਊਟ ਕਰਦਾ ਹੈਗਾ। ਸੋ ਮੇਰੇ ਕੋਲ ਇੱਦਾਂ ਦੇ ਬਹੁਤ ਸਾਰੇ ਰਿਜ਼ਲਟ ਜਿੱਥੇ ਲਿਸਨਿੰਗ 'ਚ ਸਟੂਡੈਂਟ ਨੇ 8 ਸਕੋਰ ਕਰਕੇ ਓਵਰਆਲ 7 ਜਾਂ 6.5 ਅਚੀਵ ਕੀਤਾ ਹੈਗਾ। ਸੋ 6.5 ਔਰ 7 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅਗਰ ਤੁਸੀਂ 6.5 ਜਾਂ 7 ਦੇ ਉੱਤੇ ਜਾਂਦੇ ਹੋ ਓਵਰਆਲ ਦੇ ਵਿੱਚ ਤੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਕਾਲਜਿਸ ਦੇ ਮਾਮਲੇ ਦੇ ਵਿੱਚ ਵੀ ਔਰ ਵੀਜ਼ਾ ਲੱਗਣ ਦੇ ਮਾਮਲੇ ਦੇ ਵਿੱਚ ਵੀ। ਸੋ ਦੈਟ ਇਜ਼ ਦਾ ਥਿੰਗ ਕਿ ਹੁਣ ਇਸ ਦੇ ਵਿੱਚ ਆਪਾਂ ਪੂਰੀ ਡਿਸਕਸ਼ਨ 'ਚ ਇੱਕ ਗੱਲ ਤਾਂ ਸਿੱਖ ਲਈ ਹੈਗੀ ਕਿ ਸਿਰਫ ਰੋਜ਼ ਟੈਸਟ ਕਰੀ ਜਾਣੇ ਔਰ ਰਿਜ਼ਲਟ ਦੇਖੇ ਜਾਣਾ, ਦੈਟ ਇਜ਼ ਨਾਟ ਅ ਡੀਲ। ਸੋ ਇਟਸ ਲਾਈਕ ਦੈਟ ਕਿ ਤੁਸੀਂ 10th ਦਾ ਮੈਥਮੈਟਿਕਸ ਦੇ ਵਿੱਚ ਕੁਝ ਪੜ੍ਹਨੇ ਦੀ ਬਜਾਏ, ਟੀਚਰ ਤੋਂ ਕੁਝ ਸਮਝਣ ਦੇ ਬਜਾਏ, ਕੁਐਸਚਨਸ ਦੀ ਪ੍ਰੈਕਟਿਸ ਕਰਨੇ ਦੀ ਬਜਾਏ ਡੇਲੀ ਟੈਸਟ ਦੇ ਰਹੇ ਹੋ। ਤੁਸੀਂ ਸੋਚ ਕੇ ਦੇਖੋ ਕਿ 3 ਮਹੀਨੇ ਡੇਲੀ ਟੈਸਟ ਦੇ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਰਿਜ਼ਲਟ ਮਿਲੇਗਾ। ਦੈਟ ਹੈਪਨਸ ਟੂ ਯੂ ਇਨ ਅ ਸੇਮ ਵੇ ਅਗਰ ਤੁਸੀਂ ਰੋਜ਼ ਪ੍ਰੈਕਟਿਸ ਟੈਸਟ ਕਰ ਰਹੇ ਹੋ, ਸਿਰਫ ਪ੍ਰੈਕਟਿਸ ਟੈਸਟ ਕਰ ਰਹੇ ਹੋ ਔਰ ਐਨਾਲਾਈਜ਼ ਨਹੀਂ ਕਰ ਰਹੇ। ਸੋ ਮੇਰੀ ਸੁਜੈਸ਼ਨ ਇਹ ਹੈ ਕਿ ਇੱਕ ਪ੍ਰੈਕਟਿਸ ਟੈਸਟ ਕਰੋ ਔਰ ਉਸ ਤੋਂ ਬਾਅਦ 'ਚ ਉਹਨੂੰ ਉਨੇ ਦਿਨਾਂ ਤੱਕ ਉਦੋਂ ਤੱਕ ਐਨਾਲਾਈਜ਼ ਕਰਦੇ ਹੋ, ਚਾਹੇ 2 4 5 ਦਿਨ ਲੱਗ ਜਾਣ, ਜਦ ਤੱਕ ਤੁਹਾਨੂੰ ਹਰ ਕੁਐਸਚਨ ਦੇ ਵਿੱਚ ਤੁਹਾਡਾ ਆਨਸਰ ਕਿਉਂ ਗਲਤ ਹੋਇਆ ਔਰ ਉਹਦਾ ਆਨਸਰ ਰੀਅਲ ਕੀ ਸੀਗਾ ਔਰ ਉਹਦੇ ਪਿੱਛੇ ਕੀ ਲੌਜਿਕ, ਕੀ ਸਟ੍ਰੈਟੇਜੀ ਜਾਂ ਕੀ ਟੈਕਨੀਕ ਯੂਜ਼ ਹੋਈ ਸੀਗੀ, ਉਹ ਨਹੀਂ ਸਮਝ ਲੱਗਦੀ ਤੁਹਾਨੂੰ ਨੈਕਸਟ ਟੈਸਟ 'ਤੇ ਬਿਲਕੁਲ ਵੀ ਨਹੀਂ ਮੂਵ ਕਰਨਾ ਚਾਹੀਦਾ ਹੈਗਾ। ਸੋ ਦੈਟ ਇਜ਼ ਮਾਈ ਸੁਜੈਸ਼ਨਸ। ਐਂਡ ਦ ਲਾਸਟ ਥਿੰਗ ਇਜ਼ ਪ੍ਰੈਕਟਿਸ ਟੈਸਟ ਕਰੋ। ਠੀਕ ਹੈ, ਓਕੇ, ਕੁਛ ਸਟੂਡੈਂਟਸ ਕਰ ਲੈਂਦੇ ਹੈਗੇ, ਬਟ ਕਈ ਵਾਰ ਕੀ ਹੁੰਦਾ ਹੈਗਾ ਕਿ ਸਟੂਡੈਂਟ ਦੀ ਇੰਗਲਿਸ਼ ਬਹੁਤ ਵਧੀਆ ਹੁੰਦੀ ਹੈ ਫਿਰ ਵੀ ਪ੍ਰੈਕਟਿਸ ਟੈਸਟ ਕਰਨ ਤੋਂ ਬਾਅਦ ਉਹਨਾਂ ਦੇ ਮਾਰਕਸ ਘੱਟ ਆ ਜਾਂਦੇ ਆ। ਉਸ ਦਾ ਰੀਜ਼ਨ ਹੁੰਦਾ ਹੈਗਾ ਨੋਨ ਕੈਂਬਰਿਜ ਟੈਸਟ ਕਰਨਾ। ਨੋਨ ਕੈਂਬਰਿਜ ਟੈਸਟ ਇੰਟਰਨੈਟ 'ਤੇ 500 ਤੋਂ ਵੀ ਜ਼ਿਆਦਾ ਅਵੇਲੇਬਲ ਹੋਣਗੇ। ਬਹੁਤ ਸਾਰੀਆਂ ਵੈਬਸਾਈਟ ਆ ਜੋ ਕਿ ਕੈਂਬਰਿਜ ਦੇ ਟੈਸਟ ਕਰਕੇ ਸੈਲ ਕਰਦੀਆਂ ਹੈਗੀਆਂ ਨੋਨ ਕੈਂਬਰਿਜ ਟੈਸਟ, ਬਟ ਉਹਨਾਂ ਦਾ ਲੈਵਲ ਕੈਂਬਰਿਜ ਦੇ ਟੈਸਟ ਦੇ ਬਰਾਬਰ ਬਿਲਕੁਲ ਵੀ ਨਹੀਂ ਹੋ ਸਕਦਾ ਹੈਗਾ। ਉਹ ਲੈਵਲ ਬਿਲਕੁਲ ਉਸ ਲੈਵਲ ਦਾ ਨਹੀਂ ਹੈਗਾ ਤੇ ਨੋਨ ਕੈਂਬਰਿਜ ਟੈਸਟ ਕਰਕੇ ਤੁਸੀਂ ਇੱਕ ਰੋਂਗ ਪ੍ਰੈਕਟਿਸ ਕਰਦੇ ਪਏ ਹੋ। ਦੈਟ ਇਜ਼ ਦ ਸੇਮ ਥਿੰਗ ਕਿ ਤੁਸੀਂ ਨਾ ਮੈਚ ਖੇਡਣਾ ਹੈਗਾ ਔਰ ਮੈਚ ਜਿੱਤਣਾ ਹੈ, ਪਰ ਮੈਚ ਹੈਗਾ ਕ੍ਰਿਕਟ ਦਾ ਔਰ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਬੈਡਮਿੰਟਨ ਦੀ। ਬੈਡਮਿੰਟਨ ਦੀ ਜਿੰਨੀ ਮਰਜ਼ੀ ਪ੍ਰੈਕਟਿਸ ਕਰ ਲਓ, ਬਟ ਕ੍ਰਿਕਟ ਦੇ ਮੈਚ ਦੇ ਵਿੱਚ ਤੁਹਾਨੂੰ ਕ੍ਰਿਕਟ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਔਰ ਕੈਂਬਰਿਜ ਨੇ ਜੋ ਡਿਜ਼ਾਈਨ ਕੀਤਾ ਹੈਗਾ ਦੈਟ ਇਜ਼ ਦਾ ਕ੍ਰਿਕਟ, ਔਰ ਬਾਕੀ ਜੋ ਡਿਜ਼ਾਈਨ ਕੀਤਾ ਹੈ ਉਹਨਾਂ ਨੇ ਆਪਣੀ ਨੌਲੇਜ ਦੇ ਅਕੋਰਡਿੰਗਲੀ ਜੁਆਇਨ ਕੀਤਾ ਹੈ। ਮੇ ਬੀ ਉਹ ਕੈਂਬਰਿਜ ਦੇ ਟੀਮ ਦੇ ਇਕੁਵਲੈਂਟ ਜਾਂ ਉਹਨਾਂ ਦੇ ਫੰਡਾਮੈਂਟਲਸ ਨੂੰ ਫੁਲਫਿਲ ਨਾ ਕਰਦੇ ਹੋਣ। ਮੋਸਟ ਆਫ ਦਾ ਟਾਈਮ ਟੈਸਟ ਇੱਦਾਂ ਦੇ ਹੁੰਦੇ ਹੈਗੇ। ਤੁਸੀਂ ਲਾਸਟ ਐਡਵਾਈਸ ਇਹ ਹੈਗੀ ਅਗਰ ਸਿਰਫ ਪ੍ਰੈਕਟਿਸ ਵੀ ਕਰਨੀ ਹੈਗੀ ਆ, ਸਿਰਫ ਔਰ ਸਿਰਫ ਕੈਂਬਰਿਜ ਦੇ ਟੈਸਟ ਪੇਪਰਸ ਉੱਤੇ ਹੀ ਪ੍ਰੈਕਟਿਸ ਕਰੋ। ਬਹੁਤ ਹੀ ਈਜ਼ੀਲੀ ਇੰਟਰਨੈਟ 'ਤੇ ਵੀ ਮਿਲ ਜਾਂਦੇ ਆ, ਮਾਰਕੀਟ ਦੇ ਵਿੱਚ ਬਹੁਤ ਹੀ ਲੋ ਕਾਸਟ ਦੇ ਉੱਤੇ ਮਿਲ ਜਾਂਦੇ ਆ। ਅਗਰ ਤੁਸੀਂ ਟੈਸਟ ਕਰਨ ਲਈ ਸੈਂਟਰ ਜਾ ਰਹੇ ਹੋ ਤਾਂ ਲੀਵ ਯੋਰ ਸੈਂਟਰ, ਡੋਂਟ ਗੋ ਦੇਅਰ, ਐਂਡ ਉਹ ਟੈਸਟ ਤੁਸੀਂ ਆਪਣੇ ਘਰੇ ਖੁਦ ਕਰ ਸਕਦੇ ਹੋ। Okay ji, so that is all about this video, and if you like that video, like that information, please share this on with your friends on your social media, so that I have more encouragement to provide you the videos like this. Thank you.